ਦਰਸ਼ਕਾਂ ਦਾ ਸਵਾਗਤ ਹੈ ਇਸ ਖਾਸ ਪੇਸ਼ਕਸ਼ ਦੇ ਵਿੱਚ। ਅਸੀਂ ਤੁਹਾਨੂੰ ਕੈਲੀਫੋਰਨੀਆ ਲੈ ਕੇ ਚੱਲਾਂਗੇ, ਜਿੱਥੇ ਤੁਹਾਡੀ ਮੁਲਾਕਾਤ ਹੋਏਗੀ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਪਿਸਤੇ ਦੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ੋਰ ਲਾ ਰਹੀਆਂ ਨੇ। ਇਹਨਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੀ ਮੌਜੂਦ ਨੇ। ਸੋ ਸ਼ੁਰੂ ਕਰਦੇ ਹਾਂ ਖਾਸ ਰਿਪੋਰਟ। ਇਹ ਤਸਵੀਰਾਂ ਨੇ ਕੈਲੀਫੋਰਨੀਆ ਸੂਬੇ ਦੇ ਮੌਂਟਰੇ ਸ਼ਹਿਰ ਵਿਖੇ ਸਥਿਤ ਕਾਨਫਰੰਸ ਸੈਂਟਰ ਦੀਆਂ, ਜਿੱਥੇ ਅਮਰੀਕਨ ਪਿਸਟੈਚਿਓ ਗਰੋਅਰ ਐਸੋਸੀਏਸ਼ਨ ਵੱਲੋਂ ਸਾਲਾਨਾ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਕਾਨਫਰੰਸ ਇੱਥੇ 3 ਦਿਨਾਂ ਤੱਕ ਚੱਲੀ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕੈਲੀਫੋਰਨੀਆ, ਐਰੀਜ਼ੋਨਾ ਅਤੇ ਨਿਊ ਮੈਕਸੀਕੋ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਖੇਤੀਬਾੜੀ ਮਾਹਰਾਂ ਨੇ ਪਿਸਤੇ ਦੀ ਖੇਤੀ ਬਾਰੇ ਕਿਸਾਨਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਪਿਸਤੇ ਦੀ ਖੇਤੀ ਕਿਰਸਾਨੀ ਵਿੱਚ ਕਿੰਨੀ ਲਾਹੇਵੰਦ ਹੈ। ਇੱਥੇ ਦੱਸਣਯੋਗ ਹੈ ਕਿ ਪਿਸਤੇ ਦੀ ਖੇਤੀ ਲਈ ਕੈਲੀਫੋਰਨੀਆ ਸੂਬਾ ਅਮਰੀਕਾ ਵਿੱਚ ਸਭ ਤੋਂ ਅੱਗੇ ਹੈ ਅਤੇ ਇਹ ਫਸਲ ਕੈਲੀਫੋਰਨੀਆ ਸੂਬੇ ਦੀਆਂ ਮੁੱਖ ਫਸਲਾਂ ਵਿੱਚ 5ਵੇਂ ਨੰਬਰ ਤੇ ਗਿਣੀ ਜਾਂਦੀ ਹੈ। ਇਸ ਸਾਲਾਨਾ ਕਨਵੈਨਸ਼ਨ ਵਿੱਚ ਖੇਤੀਬਾੜੀ ਉਪਕਰਨਾਂ, ਖੇਤੀਬਾੜੀ ਵਾਸਤੇ ਕਰਜ਼ਾ ਦੇਣ ਵਾਲੇ ਵਿੱਤੀ ਅਦਾਰਿਆਂ ਅਤੇ ਪਿਸਤੇ ਦੀ ਖੇਤੀ ਵਿੱਚ ਇਸਤੇਮਾਲ ਹੋਣ ਵਾਲੀਆਂ ਖਾਦਾਂ ਦੇ ਸਟਾਲ ਵੀ ਲਗਾਏ ਗਏ ਸਨ। ਕਾਨਫਰੰਸ ਦੌਰਾਨ ਵੱਖ-ਵੱਖ ਵੈਂਡਰਸ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਤੇ ਕਿਸਾਨਾਂ ਨੇ ਬਹੁਤ ਰੁਚੀ ਵਿਖਾਈ ਅਤੇ ਕਿਸਾਨ ਇਹਨਾਂ ਸਟਾਲਾਂ ਤੇ ਪੁੱਜ ਕੇ ਅਤ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਲੈ ਰਹੇ ਸਨ। Good afternoon. My name is Bill Ray, and I work with Yosemite Farm Credit, which is part of the farm credit system nationwide. I'm here today attending the American Pistachio Growers Annual Conference in Monterey. We always like to attend these conferences to learn what's going on in the industry, keep abreast of the current trends, and then also to network with growers and the vendors that provide services to them. We provide financing for farmers exclusively for all of their capital needs, whether it's real estate purchase, improvements to the property, planting orchards, irrigation systems, the equipment that they need for cultivating and harvesting, and then also we finance the processors for taking the crop from the field to ready to go to market. We also provide annual financing for the growing of those crops. The system was formed because there was a need for reliable capital for farming, which is very expensive, and we're happy to be involved in this industry and be here today. I've been growing pistachios for the last 15 years. I am here at the American Pistachio Growers Conference in Monterey, California. It's a great place to network among other farmers and talk to people in irrigation who also deal with chemicals and the best farm practices for a good product. As you all know, there is a great health benefit to pistachios. They are rich in antioxidants and reduce the risk of heart attack and stroke and increase longevity. Please consider pistachios as part of your regular diet. It's an opportunity for pistachio growers from all over California to come together to see the latest developments on how to grow California pistachios healthy and fresh and very good quality. So it's an opportunity for us to learn how to process pistachios. We have processing equipment here, growing equipment, harvesting equipment, so everything is like one-stop shop for everything that's happening in the pistachio industry. ਦੱਸਣਯੋਗ ਹੈ ਕਿ ਹਰ ਸਾਲ ਕੈਲੀਫੋਰਨੀਆ ਸੂਬੇ ਵਿੱਚ ਪਿਸਤੇ ਦੀ ਖੇਤੀ ਦੇ ਰਕਬੇ ਵਿੱਚ ਇਜ਼ਾਫਾ ਨਜ਼ਰ ਆ ਰਿਹਾ ਹੈ। ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਾਲ 2019 ਵਿੱਚ ਪਿਸਤੇ ਦੀ ਖੇਤੀ ਦਾ ਰਕਬਾ 3,70,000 ਏਕੜ ਸੀ, ਜੋ ਸਾਲ 2020 ਵਿੱਚ 4 ਲੱਖ ਏਕੜ ਹੋ ਜਾਵੇਗਾ। ਇਸ ਮੌਕੇ ਪਿਸਟੈਚਿਓ ਗਰੋਅਰ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹ ਕਾਨਫਰੰਸ 13ਵੀਂ ਸਾਲਾਨਾ ਕਾਨਫਰੰਸ ਹੈ, ਜਿਸ ਵਿੱਚ 1000 ਤੋਂ ਵੱਧ ਕਿਸਾਨ ਅਤੇ 100 ਤੋਂ ਵੱਧ ਵੈਂਡਰਸ ਹਿੱਸਾ ਲੈ ਰਹੇ ਨੇ। ਐਨੂਅਲ ਕਾਨਫਰੰਸ ਜਿਹੜੀ ਪਿਸਟੈਚਿਓ ਗਰੋਅਰ ਐਸੋਸੀਏਸ਼ਨ ਦੀ ਹੈ ਉਹ ਚੱਲ ਰਹੀ ਹੈ। 3 ਦਿਨਾਂ ਦੀ ਕਾਨਫਰੰਸ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਆਏ ਨੇ। ਇਸ ਤੋਂ ਇਲਾਵਾ ਵੈਂਡਰਸ ਵੀ ਇੱਥੇ ਆਉਂਦੇ ਨੇ, ਜਿਹੜੇ ਕਿ ਮਾਡਰਨ ਟੈਕਨੀਕਸ ਜਿਹੜੀਆਂ ਇੱਥੇ ਲੈ ਕੇ ਆਉਂਦੇ ਨੇ ਤਾਂ ਕਿ ਕਿਸਾਨਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਖੇਤੀ ਨੂੰ ਹੋਰ ਵਧੀਆ ਕੀਤਾ ਜਾ ਸਕਦਾ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਰਾਜ ਕਾਲੋਂ ਔਰ ਰਿਚਰਡ, ਜਿਹੜੇ ਕਿ ਜਿਹੜੀ ਐਸੋਸੀਏਸ਼ਨ ਦੇ ਵਿੱਚ ਮੁੱਖ ਪਾਰਟ ਪਲੇ ਕਰ ਰਹੇ ਨੇ। ਰਾਜ, ਤੁਸੀਂ ਕੀ ਸੋਚਦੇ ਹੋ ਜਿਹੜੀ ਇਹ ਕਾਨਫਰੰਸ ਹਰ ਸਾਲ ਹੁੰਦੀ ਹੈ ਔਰ ਕੀ ਪਿਸਟੈਚਿਓ ਦੀ ਖੇਤੀ, ਜਿਹੜੀ ਪਿਸਤੇ ਦੀ ਖੇਤੀ ਆ, ਉਹ ਕੈਲੀਫੋਰਨੀਆ 'ਚ ਵੱਧ ਰਹੀ ਹੈ, ਲੋਕਾਂ ਦਾ ਰੁਝਾਨ ਵੱਧ ਰਿਹਾ ਜਿਹੜਾ ਇਸ ਲੈਵਲ ਦੀ ਕਾਨਫਰੰਸ ਇੱਥੇ ਹੋ ਰਹੀ ਹੈ?
ਹਾਂਜੀ ਬਿਲਕੁਲ ਪਿਸਤੈਸ਼ੀਓ ਦੀ ਜਿਹੜੀ ਖੇਤੀਬਾੜੀ ਆ ਉਹ ਕੈਲੀਫੋਰਨੀਆ 'ਚ ਕਾਫੀ ਜ਼ੋਰਾਂ 'ਤੇ ਵੱਧ ਰਹੀ ਆ 2019 ਦੇ ਵਿੱਚ ਇੱਥੇ ਜਿਹੜੀ ਪਿਸਤੈਸ਼ੀਓ ਦੀ ਫਾਰਮਿੰਗ ਹੋਈ ਆ ਟੋਟਲ ਉਹ 3,70,000 ਏਕੜ ਫਾਰਮਿੰਗ ਸੀ ਅਤੇ ਐਰਕਾ 2020 ਦੇ ਵਿੱਚ ਆਸ ਹੈਗੀ ਹੈ ਕਿ 4 ਲੱਖ ਏਕੜ ਤੋਂ ਵੱਧ ਪਿਸਤੈਸ਼ੀਓ ਦੀ ਫਾਰਮਿੰਗ ਹੋਊਗੀ ਅਤੇ ਇਹ ਕੈਲੀਫੋਰਨੀਆ ਦੀ ਜਿਹੜੀ ਜ਼ਮੀਨ ਆ ਕਾਫੀ ਉਪਜਾਊ ਹੋਣ ਕਰਕੇ ਆਪਣੇ ਲੋਕਾਂ ਦਾ ਕਾਫੀ ਰੁਝਾਅ ਹੋ ਰਿਹਾ ਇਹਦੇ ਵਿੱਚ ਹੋਰ ਅੱਗੇ ਵਧਣ ਦਾ ਅਤੇ ਆਸ ਆ ਕਿ ਇਹ ਖੇਤੀਬਾੜੀ ਜਿਹੜੀ ਆ ਇਹ ਕਾਫੀ ਲਾਹੇਵੰਦ ਹੋਏਗੀ ਸਾਰੇ ਆਪਣੇ ਕਿਸਾਨਾਂ ਵਾਸਤੇ ਇਨ ਦਾ ਫਿਊਚਰ Richard, when you started the first conference and how you get the response till now? Yes. Well, our first conference was in 2008. We had about 380 people in attendance. This year we have over 1,100 farmers in attendance at this conference. And exhibitors, we have over 120 exhibitors at the show, and what they're doing is presenting information about different technologies, advancements in irrigation and fertilization of pistachios. So lots of good information for growers. So, as Raj was saying, that the acreage of the pistachio growing is every year increasing. Yes, so pistachios are a crop that's in very high demand by consumers all around the world, and as a result our growers are planting more acres to help meet that demand that we see, especially in countries like India that have tripled the volume that they have imported from the United States in just the last year. Yeah, you are talking about the India for the pistachio. You know, California almond always known in the India. Every market knows that California almond. Yes. Do you think in the future California pistachio will also be known? Yes, but what we need to do is help educate consumers in India about all the healthful, nutritious properties of pistachios. And I believe once the consumers know and understand how good pistachios are for them to consume, we will have many more people consuming it. Richard, congratulations for the successful convention, annual conference. ਜਿੱਦਾਂ ਕਿ ਇੰਡੀਆ ਦੇ ਵਿੱਚ ਵੀ ਪਿਸਟੈਚੂ ਦੀ ਬਹੁਤ ਵੱਡੀ ਮਾਰਕੀਟ ਹੈ ਔਰ ਪਿਛਲੇ ਸਾਲ ਤੋਂ ਇਹਨਾਂ ਨੇ ਉੱਥੇ ਪਿਸਟੈਚੂ ਦੀ ਜਿਹੜੀ ਮਾਰਕੀਟਿੰਗ ਸ਼ੁਰੂ ਕੀਤੀ ਸੀ ਔਰ 3 ਗੁਣਾ ਜਿਹੜਾ ਉੱਥੇ ਵੋਲੀਅਮ ਇਹਨਾਂ ਨੂੰ ਇਨਕਰੀਜ਼ ਮਿਲਿਆ ਪਿਸਟੈਚੂ ਦਾ ਕਿਉਂਕਿ ਆਲਮੰਡ ਜਿਹੜਾ ਬਦਾਮ ਦਾ ਪਹਿਲਾਂ ਹੀ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਪੋਰਟ ਕੀਤਾ ਜਾਂਦਾ ਸੀ ਲੇਕਿਨ ਹੁਣ ਅਮਰੀਕਾ ਤੋਂ ਪਿਸਟੈਚੂ ਵੀ ਐਕਸਪੋਰਟ ਕੀਤਾ ਜਾਂਦਾ ਔਰ ਭਾਰਤ ਦੇ ਵੱਡੇ ਇੰਪੋਰਟਰ ਜਿਹੜੇ ਨੇ ਉਹ ਪਿਸਟੈਚੂ ਵਿੱਚ ਆਪਣਾ ਇੰਟਰਸਟ ਵਿਖਾ ਰਹੇ ਨੇ ਕੁਮਾਰ ਸੰਜੀਵ PTC ਨਿਊਜ਼ ਮੌਂਟਰੇਲ ਕੈਲੀਫੋਰਨੀਆ ਸਾਲਾਨਾ ਕਾਨਫਰੰਸ ਦੌਰਾਨ ਸਲਾਈਡ ਸ਼ੋਅ ਰਾਹੀਂ ਕੈਲੀਫੋਰਨੀਆ ਪਿਸਤੇ ਦੇ ਹੋਰਨਾਂ ਦੇਸ਼ਾਂ ਵਿੱਚ ਨਿਰਯਾਤ ਬਾਰੇ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਨੇ ਸਾਲ 2018-19 ਵਿੱਚ ਤਕਰੀਬਨ 18 ਮਿਲੀਅਨ ਪੌਂਡ ਪਿਸਤਾ ਅਮਰੀਕਾ ਤੋਂ ਇੰਪੋਰਟ ਕੀਤਾ ਹੈ ਜੋ ਪਿਛਲੇ ਸਾਲਾਂ ਨਾਲੋਂ 3 ਗੁਣਾ ਜ਼ਿਆਦਾ ਹੈ ਭਾਰਤ ਵਿੱਚ ਡਰਾਈ ਫਰੂਟ ਦੀ ਮੰਗ ਨੂੰ ਵੇਖਦੇ ਹੋਏ ਅਮਰੀਕਨ ਪਿਸਟੈਚੀਓ ਗਰੋਅਰ ਐਸੋਸੀਏਸ਼ਨ ਨੇ ਪਿਛਲੇ ਸਾਲ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਭਾਰਤ ਵਿੱਚ ਪਿਸਤੇ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਸੀ ਇਸ ਦੇ ਨਤੀਜੇ ਵਜੋਂ ਇਹ ਵੇਖਿਆ ਗਿਆ ਕਿ ਪਿਛਲੇ ਸਾਲ ਭਾਰਤ ਨੇ ਪਹਿਲੇ ਸਾਲਾਂ ਨਾਲੋਂ 3 ਗੁਣਾ ਵੱਧ ਪਿਸਤਾ ਕੈਲੀਫੋਰਨੀਆ ਤੋਂ ਇੰਪੋਰਟ ਕੀਤਾ ਪਿਸਤਾ ਗਰੋਅਰਸ ਦੀ ਇਸ ਸਾਲਾਨਾ ਕਨਵੈਨਸ਼ਨ ਵਿੱਚ ਇਸ ਵਾਰ ਭਾਰਤ ਦੇ ਇੰਪੋਰਟਰ ਵੀ ਪੁੱਜੇ ਸਨ ਅਤੇ ਇਹਨਾਂ ਦਾ ਪਿਸਤੇ ਦੀ ਭਾਰਤ ਵਿੱਚ ਇੰਪੋਰਟ ਬਾਰੇ ਕੀ ਕਹਿਣਾ ਹੈ ਆਓ ਜਾਣਦੇ ਹਾਂ 1-to-1 ਵਿਦ ਰਿਤੇਸ਼ ਬਜਾਜ ਐਂਡ ਗੁੰਜਨ ਜੈਨ ਇੰਡੀਅਨ ਇੰਪੋਰਟਰਸ ਪਿਸਟੈਚੂ ਗਰੋਅਰ ਐਸੋਸੀਏਸ਼ਨ ਦੀ ਐਨੂਅਲ ਕਾਨਫਰੰਸ ਦੇ ਵਿੱਚ ਇੰਡੀਆ ਤੋਂ ਇੰਪੋਰਟਰ ਵੀ ਆਏ ਨੇ ਜਿਹੜੇ ਕਿ ਪਿਸਤੇ ਦੀ ਇੰਪੋਰਟ ਉੱਥੇ ਕਰਦੇ ਨੇ ਕਿਉਂਕਿ ਪਿਛਲੇ ਸਾਲ ਤੋਂ ਪਿਸਤੇ ਦੀ ਜਿਹੜੀ ਇੱਥੋਂ ਐਕਸਪੋਰਟ ਹੋਣੀ ਸ਼ੁਰੂ ਹੋਈ ਇੰਡੀਆ 'ਚ ਔਰ ਅੱਛਾ ਰਿਸਪਾਂਸ ਵੀ ਮਿਲਿਆ ਹੈ ਸਾਡੇ ਨਾਲ ਇਸ ਵੇਲੇ ਰਿਤੇਸ਼ ਬਜਾਜ ਨੇ ਔਰ ਗੁੰਜਨ ਜੈਨ ਜੀ ਨੇ ਜਿਹੜੇ ਕਿ ਉੱਥੋਂ ਇੰਪੋਰਟਰ ਨੇ ਔਰ ਸਪੈਸ਼ਲੀ ਇਸ ਜਿਹੜੀ ਕਨਵੈਨਸ਼ਨ ਦਾ ਹਿੱਸਾ ਬਣਨ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਅਮਰੀਕਾ ਵਿੱਚ ਕੈਲੀਫੋਰਨੀਆ ਵਿੱਚ ਔਰ ਖਾਸ ਕਰਕੇ ਜਿਹੜੀ ਆ ਅਮਰੀਕਨ ਪਿਸਟੈਚੂ ਗਰੋਅਰ ਐਸੋਸੀਏਸ਼ਨ ਦੀ ਐਨੂਅਲ ਕਾਨਫਰੰਸ ਹੈ ਉਹਦੇ ਵਿੱਚ ਜਿੱਦਾਂ ਕਿ ਇਹਨਾਂ ਨੇ ਦੱਸਿਆ ਸੀਗਾ ਕਿ ਪਿਛਲੇ ਸਾਲ ਤੋਂ ਇੰਡੀਆ ਦੇ ਵਿੱਚ ਪਿਸਤੇ ਵਾਸਤੇ ਮਾਰਕੀਟਿੰਗ ਸ਼ੁਰੂ ਕੀਤੀ ਗਈ ਹੈ ਕੈਲੀਫੋਰਨੀਆ ਦੇ ਪਿਸਤੇ ਵਾਸਤੇ ਕਿੱਦਾਂ ਦੇਖਦੇ ਹੋ ਐਜ਼ ਅ ਇੰਪੋਰਟਰ
ਇਹ ਜਦੋਂ ਤੋਂ ਇਹ ਮਾਰਕੀਟਿੰਗ ਐਕਟੀਵਿਟੀ ਸ਼ੁਰੂ ਹੋਈ ਹੈ ਲਾਸਟ ਈਅਰ ਤੋਂ ਅਸੀਂ ਬਹੁਤ ਹੀ ਵਧੀਆ ਰਿਸਪੌਂਸ ਦੇਖਿਆ ਇੰਡੀਆ ਦੇ ਵਿੱਚ ਤੇ ਬਹੁਤ ਚੰਗੀ ਗਰੋਥ ਕੀਤੀ ਹੈ। ਅੱਗੇ ਇੰਡੀਆ ਨਾਰਮਲੀ ਜ਼ਿਆਦਾ ਈਰਾਨ ਦਾ ਪਿਸਤਾ ਖਾਂਦਾ ਸੀ, ਬਿਲਕੁਲ। ਜੇ ਕੈਲੀਫੋਰਨੀਆ ਆਉਣ ਤੋਂ ਬਾਅਦ ਇਹਨਾਂ ਦੀ ਕੁਆਲਿਟੀਜ਼ ਬੈਟਰ ਹੈਗੀਆਂ, ਇਹਨਾਂ ਦੀ ਸਪਲਾਈਜ਼ ਬਹੁਤ ਕੰਸਿਸਟੈਂਟ ਹੈ ਤੇ ਬਹੁਤ ਚੰਗੀ ਮਾਰਕੀਟਿੰਗ ਐਕਟੀਵਿਟੀ ਕੀਤੀ ਇਹਨਾਂ ਨੇ। ਤੁਸੀਂ ਦੇਖਿਆ ਹੋਏਗਾ ਇੰਡੀਆ 'ਚ ਬਦਾਮ ਤੇ ਜਿਸ ਤਰ੍ਹਾਂ ਇਹ 90s ਦੇ ਵਿੱਚ ਸ਼ੁਰੂ ਹੋਇਆ ਸੀ, ਬਹੁਤ ਹੀ ਛੋਟੀ ਜੀ ਵੋਲੀਅਮ ਸੀਗੀ ਤੇ ਇਹਨੇ ਸਾਲਾਂ ਦੇ ਵਿੱਚ ਆਲਮੰਡ ਬੋਡੀ ਨੇ ਇੰਨੀ ਮਾਰਕੀਟਿੰਗ ਐਕਟੀਵਿਟੀ ਕਰਕੇ ਕਿੰਨੀ ਅਵੇਅਰਨੈਸ ਕ੍ਰੀਏਟ ਕੀਤੀ ਹੈ ਇੰਡੀਅਨ ਪੋਪੂਲੇਸ਼ਨ ਦੇ ਮਾਈਂਡ ਦੇ ਵਿੱਚ ਹੈਲਥ ਬੈਨੀਫਿਟਸ ਬਾਰੇ। ਤੇ ਉਹ ਅੱਜ ਇੰਡੀਆ ਇਜ਼ ਨੰਬਰ 1 ਡੈਸਟੀਨੇਸ਼ਨ ਕੈਲੀਫੋਰਨੀਆ ਦੀ ਆਲਮੰਡ ਦੀ ਐਕਸਪੋਰਟ ਵਾਸਤੇ। ਬਿਲਕੁਲ। ਤੇ ਪਿਸਤੇ ਦੀ ਵੀ ਉਸ ਤਰ੍ਹਾਂ ਹੀ ਸ਼ੁਰੂਆਤ ਹੋਈ ਹੈ ਤੇ ਅਸੀਂ ਉਮੀਦ ਕਰਨੇ ਆ ਕਿ ਪਿਸਤਾ ਵੀ ਉਸੇ ਰਸਤੇ ਤੇ ਜਾ ਕੇ ਨੰਬਰ 1 ਪ੍ਰੋਡਕਟ ਬਣੇਗਾ ਇੰਡੀਆ। ਤੁਸੀਂ ਕਿੱਦਾਂ ਦੇਖਦੇ ਹੋ ਜੀ ਐਜ਼ ਏ ਇੰਪੋਰਟਰ ਪਿਸਤੇ ਦੇ ਨਟ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਕੈਲੀਫੋਰਨੀਆ ਆਲਮੰਡ ਦੀ ਤਾਂ ਹਰ ਜਗ੍ਹਾ ਇੰਡੀਆ 'ਚ ਗੱਲ ਕੋਈ ਗਿਰੀ ਲੈ ਲਓ ਬਦਾਮ ਦੀ ਤੇ ਉਹ ਕਹਿੰਦਾ ਕੈਲੀਫੋਰਨੀਆ ਆਲਮੰਡ ਹੈ। ਸੇਮ ਉਹਦੇ 'ਚ ਵੀ ਹੋਇਆ ਤੇ ਅਖਰੋਟ 'ਚ ਵੀ ਸੇਮ ਗੱਲ ਹੋਈ ਹੈ ਕਿ ਜੀ ਕੈਲੀਫੋਰਨੀਆ ਵਾਲਨਟ ਹੋ ਗਿਆ। ਹੁਣ ਅਗਰ ਪਿਸਤੇ 'ਚ ਦੇ ਕੈਂਪੇਨ ਸ਼ੁਰੂ ਕੀਤੀ ਹੈ ਉਹ ਬੜੇ ਚੰਗੇ ਉਸ 'ਤੇ ਸ਼ੁਰੂ ਕੀਤੀ ਹੈ, ਬਟ ਵਾਟ ਵਿਲ ਡਿਪੈਂਡ ਨਾਓ ਇਸ ਕਿ ਆਗੇ ਕਿਸ ਤਰ੍ਹਾਂ ਇਹਨੂੰ ਕੈਰੀ ਫਾਰਵਰਡ ਕਰਦੇ ਨੇ। ਅਗਰ ਪੂਰਾ ਕੰਸਿਸਟੈਂਟਲੀ ਕੈਰੀ ਫਾਰਵਰਡ ਕਰਦੇ ਨੇ 4 ਸਾਲ 5 ਸਾਲ कैंपेन रहेगी चलती रहेगी तो सेम इफेक्ट मिलेगा। धीरे धीरे लोगों को उत्थे भी they'll get the same thing that California pistachio is a brand, it is much superior and they will start giving value to it and they will start treating it as a separate commodity। तो वो जो प्राइस का वो होता है, आज दुनिया में दूसरा बादाम जो भी हो कैलिफोर्निया आलमंड डिटरमाइन करता है। वो चीज़ जब धीरे धीरे ये कैटेगरी बढ़ेगी और जैसे प्रमोशन होंगी अवेयरनेस होगी, आज बादाम इंडिया 2 लाख टन इनिशियल खाता है, पिस्ता उस हिसाब से सिर्फ 12,000 टन आता है। तो वो जो चीज़ है वो हाले टाइम लगेगा बट धीरे धीरे इट्स वेरी मच पॉसिबल दैट वॉल्यूम्स विल इंक्रीज। उसके लिए इट्स अ लॉन्ग वे। उन्होंने 1990 में शुरू किया था, सो इट हैज़ टेकन देम 30 years to reach where they are today। So it is the same that if this association continues doing what they are doing in the same direction consistently, it will make that difference। ਔਰ ਤੁਹਾਨੂੰ ਲੱਗਿਆ ਜਦੋਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਵਾ ਪਿਸਤੇ ਦੀ ਆਮਦ ਵਧੀ ਹੈ ਭਾਰਤ ਵਿੱਚ ਕੈਲੀਫੋਰਨੀਆ ਤੋਂ? ਪਿਸਤਾ ਅੱਗੇ ਸਿਰਫ ਇੱਕ ਇੰਡੀਆ 'ਚ ਨਾ ਅਫਲੂਐਂਟ ਕਲਾਸ ਹੀ ਖਾਂਦੀ ਸੀ, ਬਹੁਤ ਛੋਟੀ 1-2-3% ਹੈਗੇ ਆ ਲੋਕੀ। ਪਰ ਜਦੋਂ ਤੋਂ ਇਹਨਾਂ ਨੇ ਐਕਟੀਵਿਟੀ ਸ਼ੁਰੂ ਕੀਤੀ ਹੈ, ਇਹਨਾਂ ਨੇ ਸੁਪਰਮਾਰਕੀਟਸ ਦੇ ਵਿੱਚ ਐਕਟੀਵਿਟੀਜ਼ ਕੀਤੀਆਂ, ਇਹਨਾਂ ਨੇ ਪ੍ਰਿੰਟ ਦੇ ਵਿੱਚ ਬਹੁਤ ਚੰਗੇ ਹੈਲਥ ਮੈਸੇजेस ਦਿੱਤੇ ਆ, ਉਹਦੇ ਨਾਲ ਇਹਦੀ ਗਰੋਥ ਸ਼ੁਰੂ ਹੋ ਗਈ ਹੈ ਤੇ ਅਸੀਂ ਰਿਜ਼ਲਟ ਦੇਖਿਆ ਕਿਉਂਕਿ ਇੰਪੋਰਟਸ ਵੱਧ ਗਈਆਂ ਤੇ ਉਸ ਤੋਂ ਸਾਨੂੰ ਇਹ ਅਗਲੀ ਆਉਣ ਵਾਲੀਆਂ ਕ੍ਰੌਪਸ ਇਹਨਾਂ ਦੀ ਹੋਰ ਵੱਡੀਆਂ ਤੇ ਵੱਡੀ ਕ੍ਰੌਪ ਦੇ ਨਾਲ ਰੇਟ ਵੀ ਥੱਲੇ ਜਾਂਦਾ। ਜਦੋਂ ਪਿਸਤਾ ਦਾ ਰੇਟ ਥੋੜਾ ਡਾਊਨ ਹੋਏਗਾ ਤੇ ਇੰਡੀਆ ਦੇ ਵਿੱਚ ਯੈਸ ਇਹ ਗਰੋਥ ਆਏਗੀ ਬਹੁਤ ਅੱਛੀ। ਤੇ ਇਹਨਾਂ ਨੇ ਬਹੁਤ ਚੰਗੀਆਂ ਦੀ ਹੈਲਥ ਦੇ ਉੱਪਰ ਸਟੱਡੀਜ਼ ਕੀਤੀਆਂ ਕੁਝ ਪਿਛਲੇ ਦਿਨਾਂ ਵਿੱਚ। ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਇੰਡੀਆ 'ਚ ਵੀ ਉਹਦੇ ਮੈਸੇजेस ਦੇਣੇ ਸ਼ੁਰੂ ਕਰਨਗੇ। ਸ਼ੁਕਰੀਆ ਜੀ। ਸੋ ਜਿੱਦਾਂ ਕਿ ਇੰਪੋਰਟਰ ਇਸ ਵੇਲੇ ਸਪੈਸ਼ਲੀ ਇਸ ਐਨੂਅਲ ਕਾਨਫਰੰਸ ਦਾ ਹਿੱਸਾ ਬਣਨ ਇੱਥੇ ਪਹੁੰਚੇ ਨੇ, ਉਹਨਾਂ ਨੂੰ ਵੀ ਉਮੀਦ ਹੈ ਕਿ ਆਉਣ ਵਾਲੇ ਸਾਲਾਂ 'ਚ ਜੇ ਇੱਦਾਂ ਹੀ ਅਵੇਅਰਨੈਸ ਦਾ ਕੰਮ ਇੰਡੀਆ ਚੱਲਦਾ ਰਿਹਾ ਤੇ ਜਿੱਦਾਂ ਕੈਲੀਫੋਰਨੀਆ ਆਲਮੰਡ ਦਾ ਨਾਮ ਉੱਥੇ ਵੱਜਦਾ ਹੈ, ਉਸੇ ਤਰ੍ਹਾਂ ਕੈਲੀਫੋਰਨੀਆ ਪਿਸਤੇ ਦਾ ਨਾਮ ਵੀ ਉੱਥੇ ਆਮ ਘਰਾਂ ਵਿੱਚ ਜਾਣਿਆ ਜਾਏਗਾ। ਕੁਮਾਰ ਸੰਜੀਵ, PTC ਨਿਊਜ਼, ਮੌਂਟਰੇ, ਕੈਲੀਫੋਰਨੀਆ। ਅਸੀਂ ਪਿਸਟੈਚਿਓ ਗਰੋਅਰ ਐਸੋਸੀਏਸ਼ਨ ਦੀ ਐਨੂਅਲ ਕਾਨਫਰੰਸ ਦੇ ਵਿੱਚ ਹਾਂ ਔਰ ਇੱਥੇ ਬਹੁਤ ਵੈਂਡਰਸ ਨੇ ਆਪਣੇ ਸਟਾਲ ਵੀ ਲਗਾਏ ਹੋਏ ਨੇ ਕਿਉਂਕਿ ਨਵੀਂ ਤਕਨੀਕਾਂ ਫਾਰਮਿੰਗ ਦੇ ਵਿੱਚ ਆ ਰਹੀਆਂ ਨੇ ਤੇ ਉਹਨੂੰ ਦੇਖਦੇ ਹੋਏ ਜਿਹੜੇ ਇੱਥੇ ਨਵੀਆਂ ਤਕਨੀਕਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਸੀਂ ਇਸ ਵੇਲੇ ਇੱਕ ਸੋਲਰ ਕੰਪਨੀ ਦੇ ਸਟਾਲ ਤੇ ਹਾਂ, ਸੋਲੀਵਾ ਕੰਪਨੀ ਦਾ ਨਾਮ ਹੈ ਔਰ ਇਹ ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ ਦੋਨੋਂ ਸੋਲਰ ਸਿਸਟਮ ਇੰਸਟਾਲ ਕਰਦੇ ਨੇ, ਬਿਜਲੀ ਦੀ ਜਿੱਥੋਂ ਪ੍ਰੋਡਕਸ਼ਨ ਹੁੰਦੀ ਹੈ। ਸਾਡੇ ਨਾਲ ਇਸ ਵੇਲੇ ਜਸ ਔਲਖ ਨੇ ਜਿਨ੍ਹਾਂ ਨੇ ਇੱਥੇ ਸਟਾਲ ਲਗਾਇਆ ਹੋਇਆ ਹੈ। ਜਸ ਜੀ, ਅੱਜ ਕੱਲ੍ਹ ਸੋਲਰ ਦਾ ਬਹੁਤ ਟ੍ਰੈਂਡ ਚੱਲ ਰਿਹਾ, ਕਮਰਸ਼ੀਅਲ ਵੀ ਤੇ ਰੈਜ਼ੀਡੈਂਸ਼ੀਅਲ ਵੀ, ਤੇ ਤੁਸੀਂ ਇਸ ਵੇਲੇ ਐਨੂਅਲ ਕਾਨਫਰੰਸ ਦੇ ਵਿੱਚ ਆਪਣਾ ਸਟਾਲ ਲਗਾਇਆ ਹੋਇਆ, ਤੁਸੀਂ ਕੀ ਸਮਝਦੇ ਹੋ ਕਾਨਫਰੰਸ 'ਚ ਕਿੰਨਾ ਕੁ ਫਾਇਦਾ ਹੁੰਦਾ? ਤੁਸੀਂ ਜਾਣੋਗੇ ਜੀ, ਘੱਟੋ ਘੱਟ ਜੇ ਵੇਖੀਏ ਤੇ ਸਾਰੇ ਅਮਰੀਕਾ 'ਚੋਂ ਐਟਲੀਸਟ 1000 ਦੇ ਕਰੀਬ ਫਾਰਮਰ ਇੱਥੇ ਇਕੱਠੇ ਹੋਏ ਨੇ, ਹੋਰ ਵੀ ਬੂਥ ਲੱਗੇ ਆ। ਸੋ ਇੱਥੇ ਬਹੁਤ ਵਧੀਆ ਜਿੰਨੇ ਵੀ ਕਿਸਾਨ ਆਏ ਨੇ ਜਾਂ ਜਿੰਨੇ ਵੀ ਇੱਥੇ ਵੈਂਡਰ ਆਏ ਨੇ, ਸੋ ਇੱਕ ਦੂਜੇ ਨੂੰ ਮਿਲਦੇ ਨੇ, ਉਹਨਾਂ ਨੂੰ ਇੱਕ ਦੂਜੇ ਦੇ ਪ੍ਰੋਡਕਟ ਬਾਰੇ ਪਤਾ ਲੱਗਦਾ। ਸੋ ਅਸੀਂ ਵੀ ਇੱਥੇ ਆਪਣਾ ਸੋਲਰ ਦਾ ਜਿਹੜਾ ਲਾਇਆ ਬੂਥ ਲੱਗਿਆ ਸਾਡਾ। ਸੋ ਕਿਉਂਕਿ ਫਾਰਮਿੰਗ ਦਾ ਸਾਡਾ ਜਿਹੜਾ ਮੇਨ ਹੈਗਾ, ਅਸੀਂ ਸੋਲਰ ਇੰਸਟਾਲ ਕਰਦੇ, ਕਮਰਸ਼ੀਅਲ ਵੀ ਰੈਜ਼ੀਡੈਂਸ਼ੀਅਲ ਵੀ ਕਰੀਦੇ, ਪਰ ਫਾਰਮਿੰਗ ਵੱਲ ਸਾਡਾ ਜ਼ਿਆਦਾ ਰੁਝਾਨ ਹੈ ਕਿਉਂਕਿ ਇਹਦੇ ਵਿੱਚ ਬਿਜਲੀ ਦੀ ਖਪਤ ਬਹੁਤ ਹੁੰਦੀ।
ਫਾਰਮਿੰਗ 'ਚ ਉਹ ਕਿਸ ਤਰ੍ਹਾਂ ਬਿਜਲੀ ਦੀ ਖਪਤ ਫਾਰਮਿੰਗ 'ਚ ਹੁੰਦੀ ਹੈ? ਇਹਨਾਂ ਨੂੰ ਦੇਖੋ, ਪਾਣੀ ਬਿਨਾ ਜਿਹੜਾ ਆ ਉਹ ਫਸਲ ਹੋ ਨਹੀਂ ਸਕਦੀ। ਸੋ ਜਿੰਨੇ ਵੀ ਪੰਪ ਜਿਹੜੇ ਨੇ ਵੱਡੇ ਫਾਰਮਰ ਨੇ, ਉਹਨਾਂ ਦੇ ਪੰਪ ਬਹੁਤ ਜ਼ਿਆਦਾ ਚੱਲਦੇ ਨੇ, ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੈ। ਸੋ ਉਹਨੂੰ ਅਸੀਂ ਜਿਹੜਾ ਉਹਨਾਂ ਦਾ ਬਿਜਲੀ ਦਾ ਖਰਚਾ ਹੈ ਉਹਨੂੰ ਅਸੀਂ ਬਿਲਕੁਲ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਉਹਦੇ ਵਿੱਚ ਕਿੰਨੀ ਕੁ ਬੱਚਤ ਹੈਗੀ ਆ ਜੇ ਤੁਸੀਂ ਇੱਕ ਐਵਰੇਜ ਹਿਸਾਬ ਲਾਓ ਤਾਂ? ਝਟਕਾ ਦੇ ਹਿਸਾਬ ਨਾਲ ਦੱਸਦੇ ਹਾਂ ਬਿਲਕੁਲ, ਝਟਕੇ ਹਿਸਾਬ ਨਾਲ ਦੱਸੋ। ਕਿਸਾਨਾਂ ਦਾ ਮੇਲਾ, ਫਿਰ ਉਸ ਹਿਸਾਬ ਨਾਲ ਦੱਸ ਦਿੰਦਾ। ਓਕੇ, ਦੇਖੋ ਜੀ, ਜਿਹੜਾ ਸੋਲਰ ਆਪਾਂ ਖੇਤੀਬਾੜੀ 'ਚ ਜਾਂ ਇੱਧਰ ਫਾਰਮਿੰਗ ਦੇ ਵਿੱਚ ਲਾਉਣੇ ਆ, ਤੁਸੀਂ ਇਹ ਲਾ ਕੇ ਚੱਲੋ ਕਿ ਟੈਕਸ ਕ੍ਰੈਡਿਟ ਲੈ ਕੇ, ਡੈਪਰੀਸ਼ੀਏਸ਼ਨ ਲੈ ਕੇ 4 ਕੁ ਸਾਲ ਦੇ ਵਿੱਚ ਤੁਹਾਡੀ ਸੋਲਰ ਦੀ ਕਾਸਟ ਜਿਹੜੀ ਉਹ ਡਨ ਹੋ ਜਾਂਦੀ, ਪੂਰੀ ਹੋ ਜਾਂਦੀ ਹੈ। ਮਤਲਬ ਸਰਕਾਰੀ ਬਿਜਲੀ ਦਾ ਉਹ ਡਿਫਰੈਂਸ ਕੱਢ ਕੇ? ਬਿਲਕੁਲ, ਬਿਜਲੀ ਆਪਾਂ ਸਰਕਾਰੀ ਤਾਂ ਫਿਰ ਲੈਣੀ ਨਹੀਂ, ਆਪਾਂ ਨੂੰ ਸੋਲਰ ਤੋਂ ਬਿਜਲੀ ਹੋ ਜਾਣੀ ਹੈ। ਪਰ ਸੋਲਰ ਦੀ ਕਾਸਟ ਹੈ ਜਿਹੜੀ ਉਹ 4 ਕੁ ਸਾਲ ਦੇ ਵਿੱਚ ਤੁਹਾਡੀ ਕਾਸਟ ਪੂਰੀ ਹੋ ਜਾਂਦੀ ਹੈ। ਪਰ ਸੋਲਰ ਤੁਹਾਡਾ ਚੱਲਣਾ ਹੈ 30 ਸਾਲ। 30 ਸਾਲ ਹੈ, ਇਟ ਮੀਨਸ ਮਤਲਬ 25-26 ਸਾਲ ਤੁਸੀਂ ਫ੍ਰੀ ਬਿਜਲੀ ਲਓਗੇ। 26 ਸਾਲ ਤੁਸੀਂ ਫ੍ਰੀ ਬਿਜਲੀ ਜਿਹੜੀ ਹੈ ਉਹ ਤੁਹਾਨੂੰ ਮਿਲਦੀ ਹੈ। ਸੋ ਤਾਂ ਕਰਕੇ ਸੋਲਰ ਤਾਂ ਲਵਾਉਣਾ ਹੀ ਚਾਹੀਦਾ, ਨੋ ਮੈਟਰ ਉਹ ਕਮਰਸ਼ੀਅਲ ਹੈ ਜਾਂ ਰੈਜ਼ੀਡੈਂਸ਼ੀਅਲ ਹੈ। ਅੱਛਾ, ਹੁਣ ਤੁਸੀਂ ਰੈਜ਼ੀਡੈਂਸ਼ੀਅਲ ਦੀ ਗੱਲ ਕੀਤੀ ਹੈ, ਕੀ ਇਦਾਂ ਦਾ ਬੈਨੀਫਿਟ ਰੈਜ਼ੀਡੈਂਸ਼ੀਅਲ 'ਚ ਵੀ ਹੈ? ਰੈਜ਼ੀਡੈਂਸ਼ੀਅਲ ਦੇ ਵਿੱਚ ਹੈਗਾ ਜੀ, ਪਰ ਉਹਦੇ ਵਿੱਚ ਡੈਪਰੀਸ਼ੀਏਸ਼ਨ ਦਾ ਨਹੀਂ ਹੈਗਾ। ਉਹਦੇ ਵਿੱਚ ਟੈਕਸ ਕ੍ਰੈਡਿਟ ਜ਼ਰੂਰ ਹੈ, ਪਰ ਡੈਪਰੀਸ਼ੀਏਸ਼ਨ ਆਪਾਂ ਉਹ ਰੈਜ਼ੀਡੈਂਸ਼ੀਅਲ ਦੇ ਵਿੱਚ ਨਹੀਂ ਪਾ ਸਕਦੇ। ਔਰ ਇੱਥੇ ਤੁਸੀਂ ਹੁਣ ਸਟਾਲ ਲਗਾਇਆ, ਕਿੰਨੇ ਕਸਟਮਰ ਜਿੱਦਾਂ ਕਿਸਾਨ ਇੱਥੇ ਆਏ ਹੋਣੇ ਉਹਨਾਂ ਨੇ ਦੇਖਿਆ ਹੋਣਾ, ਸੋਲਰ ਕੰਪਨੀਆਂ ਬਹੁਤ ਨੇ ਜੀ, ਔਰ ਤੁਹਾਨੂੰ ਕਿੰਨਾ ਕਿ ਇੱਥੋਂ ਰਿਸਪਾਂਸ ਨਜ਼ਰ ਆ ਰਿਹਾ? ਇਹ ਤੋਂ ਬਹੁਤ ਵਧੀਆ ਜੀ। ਕੱਲ ਦਾ ਹੁਣ ਤੁਸੀਂ ਸ਼ੁਰੂਆਤ ਹੋਈ ਹੈ, ਕੱਲ ਦਾ ਮੇਲਾ ਲੱਗਾ ਰਿਹਾ ਇੱਥੇ। ਐਕਚੁਅਲੀ ਸਾਡੀ ਜਿਹੜੀ ਟੈਕਨੋਲੋਜੀ ਹੈ ਉਹ ਟੋਟਲੀ ਡਿਫਰੈਂਟ ਹੈ। ਆਮ ਜੇ ਕਿਸੇ ਨੂੰ ਤੁਸੀਂ ਪੁੱਛੋਗੇ ਉਹਨੂੰ ਹੁੰਦਾ ਵੀ ਸੋਲਰ ਤਾਂ ਸੋਲਰ ਹੈ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸਾਡੀ ਜਿਹੜੀ ਟੈਕਨੋਲੋਜੀ ਹੈ, ਸਾਡੇ ਕੋਲ ਸੈਲਫ ਕੂਲਿੰਗ ਸਿਸਟਮ ਹੈ, ਸਾਡੇ ਕੋਲ ਸੈਲਫ ਕਲੀਨਿੰਗ ਹੈ। ਖਾਸ ਕਰ ਫਾਰਮਿੰਗ ਦੇ ਵਿੱਚ ਤੁਹਾਨੂੰ ਸੈਲਫ ਕਲੀਨਿੰਗ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਸਿਸਟਮ, ਕਿਉਂਕਿ ਘੱਟਾ ਮਿੱਟੀ ਬਹੁਤ ਹੈ ਉੱਥੇ, ਤੇ ਜਿਨ੍ਹਾਂ ਏਰੀਆ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਉੱਥੇ ਤੁਹਾਨੂੰ ਸੈਲਫ ਕੂਲਿੰਗ ਸਿਸਟਮ ਨਾਲ ਚਾਹੀਦਾ। ਰੀਜ਼ਨ ਉਹਦਾ ਇਹ ਹੈ, ਮੈਂ ਤੁਹਾਨੂੰ ਦੱਸ ਸਕਦਾ ਥੋੜਾ ਜਿਹਾ, ਹੈਗਾ ਟਾਈਮ ਆਪਣੇ? ਓਕੇ, ਹਾਂਜੀ। ਸੈਲਫ ਕੂਲਿੰਗ ਦਾ ਸਿਸਟਮ ਦਾ ਇਹ ਹੈ ਕਿ ਜਿਉਂ-ਜਿਉਂ ਤੁਹਾਡਾ ਗਰਮੀ ਦੇ ਨਾਲ ਨਾ ਬਾਏ ਟਾਈਮ, ਸਾਲ 2 ਸਾਲ 3 ਸਾਲ ਬਾਅਦ ਜਿਹੜੀ ਪੈਨਲ ਦੀ ਪ੍ਰੋਡਕਸ਼ਨ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਸੋ ਸੈਲਫ ਜਿਹੜਾ ਕੂਲਿੰਗ ਸਾਡਾ ਸਿਸਟਮ ਹੈ, ਇਹ ਪੈਨਲ ਨੂੰ ਇੱਕ ਟੈਂਪਰੇਚਰ ਤੇ ਰੱਖਦਾ ਹੈ। ਸੋ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟ ਨਹੀਂ ਸਕਦੀ। ਅਸੀਂ ਪਹਿਲੀ ਕੰਪਨੀ ਹੈ ਜਿਹੜੀ ਅਸੀਂ ਲਿਖ ਕੇ ਵਾਰੰਟੀ ਦਿੰਦੇ ਹਾਂ ਪ੍ਰੋਡਕਸ਼ਨ ਦੀ। ਲੋਕੀ ਦਿੰਦੇ ਨੇ ਪੈਨਲਾਂ ਦੀ, ਕਿਉਂਕਿ ਪੈਨਲ 20 ਸਾਲ ਚੱਲਣਗੇ, 25 ਸਾਲ ਚੱਲਣਗੇ। ਅਸੀਂ ਕਹਿੰਦੇ ਸਾਡੇ ਪੈਨਲ 30 ਸਾਲ ਚੱਲਣਗੇ ਤੇ 30 ਸਾਲ ਹੀ ਅਸੀਂ ਪ੍ਰੋਡਕਸ਼ਨ ਦੀ ਵਾਰੰਟੀ ਵੀ ਦਿੰਦੇ ਹਾਂ। ਜੇ ਤੁਹਾਡੀ ਬਿਜਲੀ ਥੁੜੂਗੀ ਉਹ ਅਸੀਂ ਪੂਰੀ ਕਰਾਂਗੇ, ਬਿੱਲ ਤੁਹਾਡਾ ਅਸੀਂ ਦੇਵਾਂਗੇ, ਕਿਉਂਕਿ ਸਾਨੂੰ ਪਤਾ ਸਾਡਾ ਸਿਸਟਮ ਜਿਹੜਾ ਹੈ ਉਸ ਦੇ ਨਾਲ ਦਾ ਸਿਸਟਮ ਕਿਸੇ ਕੋਲ ਨਹੀਂ ਹੈਗਾ। ਸੋ ਪ੍ਰੋਡਕਸ਼ਨ ਸਾਡੀ ਜਿਹੜੀ ਉਹ ਘੱਟ ਹੀ ਨਹੀਂ ਸਕਦੀ। ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਥੈਂਕ ਯੂ ਸਰ। ਇਹ ਸਨ ਜਸ ਔਲਖ, ਜਿਨ੍ਹਾਂ ਨੇ ਦੱਸਿਆ ਕਿ ਸੋਲਰ ਸਿਸਟਮ ਵਾਕਈ ਬਹੁਤ ਲਾਹੇਵੰਦ ਹੈ, ਫਾਰਮਿੰਗ ਦੇ ਵਿੱਚ ਵੀ, ਕਮਰਸ਼ੀਅਲ ਹੋਰ ਪਲੇਸਿਸ ਦੇ ਵਿੱਚ ਵੀ ਤੇ ਰੈਜ਼ੀਡੈਂਸ਼ੀਅਲ ਦੇ ਵਿੱਚ ਵੀ। ਜਿਹੜਾ ਫਾਰਮਿੰਗ ਦਾ ਸੋਲਰ ਹੈ, ਕਿਉਂਕਿ ਉੱਥੇ ਬਿਜਲੀ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਔਰ ਉਹਦਾ ਕਿਸਾਨ ਨੂੰ ਜੇ ਸੋਲਰ ਸਿਸਟਮ ਇੰਸਟਾਲ ਕਰਵਾਉਂਦਾ ਹੈ ਤੇ ਬਹੁਤ ਫਾਇਦਾ ਹੋ ਸਕਦਾ ਹੈ। ਔਰ ਰੈਜ਼ੀਡੈਂਸ਼ੀਅਲ ਦੇ ਵਿੱਚ ਵੀ ਬਿਜਲੀ ਦੀ ਜਿਹੜੀ ਤੁਹਾਡਾ ਬਿੱਲ ਆਉਂਦਾ ਉਹ 'ਚ ਕਾਫੀ ਬਚਤ ਕੀਤੀ ਜਾ ਸਕਦੀ ਹੈ। ਕੁਮਾਰ ਸੰਜੀਵ, PTC ਨਿਊਜ਼, ਮੌਂਟਰੇ, ਕੈਲੀਫੋਰਨੀਆ। ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।